मुर्दाबाद, एमटेक मुर्दाबाद, एमटेक मुर्दाबाद, एमटेक मुर्दाबाद, एमटेक मुर्दाबाद। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਸਰਗਰਮੀਆਂ। ਪੰਜਾਬੀ ਸਰਗਰਮੀਆਂ ਦੇ ਤਹਿਤ ਜੇ ਗੱਲ ਕਰੀਏ ਪਿਛਲੇ 2-2.5 ਮਹੀਨਿਆਂ ਦੀ, ਤਾਂ ਪੂਰਾ ਸੰਸਾਰ ਕਹਿ ਸਕਦੇ ਆਪਾਂ, ਪੂਰਾ ਭਾਰਤ ਔਰ ਭਾਰਤ ਦੇ ਵਿੱਚ ਸਾਡਾ ਸਟੇਟ ਪੰਜਾਬ, ਹਰ ਇੱਕ ਪਾਸੇ ਜਿਹੜੇ ਘਰਾਂ ਦੇ ਘਰ ਨੇ ਉਹ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ, ਕੰਮਕਾਰ ਪੂਰੀ ਤਰ੍ਹਾਂ ਠੱਪ ਨੇ। ਲੇਕਿਨ ਕੁਝ ਇੱਕ ਅਜਿਹੀਆਂ ਗਾਈਡਲਾਈਨਸ ਹੁੰਦੀਆਂ ਨੇ, ਕੁਝ ਇੱਕ ਅਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਝ ਪਰਿਵਾਰਾਂ ਦੇ ਮੈਂਬਰ ਜਿਹੜੇ ਉਸ ਕੰਮਕਾਰ ਦੇ ਵਿੱਚ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਦੇ ਰਹੇ ਨੇ। ਪਰ ਉਹ ਤਾਂ ਇੱਕ ਇੱਕ ਪਲ ਦੇ ਰਹੇ ਨੇ, ਸਰਕਾਰਾਂ ਉਹਨਾਂ ਨੂੰ ਕੀ ਦੇ ਰਹੀਆਂ ਨੇ, ਪ੍ਰਸ਼ਾਸਨ ਉਹਨਾਂ ਨੂੰ ਕੀ ਦੇ ਰਿਹਾ ਹੈ। ਹਾਲਾਂਕਿ ਸਰਕਾਰਾਂ ਵੱਲੋਂ, ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਨੇ ਕਿ ਤੁਸੀਂ ਘਰ ਬੈਠੇ ਹੋ, ਆਰਾਮ ਨਾਲ ਬੈਠੇ ਹੋ, ਲੇਕਿਨ ਸਰਕਾਰਾਂ ਪਲ ਪਲ ਤੁਹਾਡੇ ਨਾਲ ਹੈ। ਲੇਕਿਨ ਸਰਕਾਰਾਂ ਕਿਸ ਤਰ੍ਹਾਂ ਪਲ ਪਲ ਨਾਲ ਹੈ ਕਿ ਇਹ ਲੋਕ ਜਿਹੜੇ ਨੇ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਕੰਮ ਕਰ ਰਹੇ ਨੇ ਕੜਕਦਾਰ ਧੁੱਪ ਦੇ ਵਿੱਚ, ਮਹਾਮਾਰੀ ਦੇ ਵਿੱਚ, ਜਿਨ੍ਹਾਂ ਦੇ ਪਰਿਵਾਰ ਇਸ ਸਮੇਂ ਰੋਟੀ ਤੋਂ ਮੁਹਤਾਜ ਨੇ, ਪੈਸੇ ਤੋਂ ਮੁਹਤਾਜ ਨੇ। ਇਹ ਪ੍ਰਸ਼ਾਸਨ ਦੀਆਂ ਡਿਊਟੀਆਂ ਨੇ। ਕਿਸ ਤਰ੍ਹਾਂ ਮੁਹਤਾਜ ਨੇ, ਪੂਰੀ ਜਾਣਕਾਰੀ ਦੇਣ ਵਾਸਤੇ ਮਿਸਟਰ ਸ਼ਰਮਾ ਜੀ ਮੇਰੇ ਨਾਲ ਜੁੜੇ ਨੇ। ਉਹਨਾਂ ਤੋਂ ਪੁੱਛਦੇ ਆ ਕਿ ਕਿੰਨੇ ਮਹੀਨਿਆਂ ਤੋਂ ਤੁਹਾਨੂੰ ਪੈਸਾ ਨਹੀਂ ਮਿਲਿਆ ਔਰ ਕਿੰਨੇ ਲੇਬਰ ਦੇ ਲੋਕ ਨੇ ਜੋ ਤੁਹਾਡੇ ਨਾਲ ਸੇਵਾਵਾਂ ਵਿੱਚ ਲੱਗੇ ਹੋਏ ਨੇ। ਸ਼ਰਮਾ ਜੀ, ਕੀ ਮਾਮਲਾ ਕੀ ਹੈ ਪੂਰੀ ਤਰ੍ਹਾਂ? ਸਰ ਜੀ, ਮੇਰੇ ਪਾਸ 70 ਲੇਬਰ ਸੀ ਜੀ। ਤਾਂ 70 ਲੇਬਰ ਦੇ ਵਿੱਚ ਮੈਨੂੰ ਜਨਵਰੀ ਤੋਂ 1 ਵੀ ਰੁਪਈਆ ਨਹੀਂ ਮਿਲਿਆ ਜੀ। ਔਰ ਉਹ ਲੇਬਰ ਮੇਰੇ ਘਰ ਦੇ ਵਿੱਚ, ਕਿਉਂਕਿ ਮੈਂ ਕੰਟਰੈਕਟਰ ਬੇਸ ਤੇ ਕੰਮ ਕਰਦਾ ਸੀ ਸਰ ਜੀ, ਤਾਂ ਉਹ ਬੰਦੇ ਮੇਰੇ ਘਰ ਬੇਸ ਤੇ ਜ਼ਰੂਰ ਆਣਗੇ, ਕਿਉਂਕਿ ਮੈਂ ਕੰਟਰੈਕਟਰ ਹੈ ਔਰ ਮੈਂ ਲੋਕਲ ਕੰਟਰੈਕਟਰ ਹੈ। ਤਾਂ ਉਸ ਬੇਸ ਤੇ ਮੈਨੂੰ ਜਿਹੜੇ ਲੇਬਰ ਮੈਨੂੰ ਘਰ ਦੇ ਵਿੱਚ ਵੀ ਪਰੇਸ਼ਾਨ ਕਰਦੇ ਕਿ ਸਰ ਬਈ ਤੁਸੀਂ ਕੰਮ ਲਿੱਤਾ ਸੀ ਐਮਟੈਕ ਦੇ ਵਿੱਚ, ਰੇਲਵੇ ਕਾਰ ਕੰਪਨੀ ਦੇ ਵਿੱਚ, ਤੁਸੀਂ ਪੇਮੈਂਟ ਕਿਉਂ ਨਹੀਂ ਦੇ ਸਕਦੇ ਹੋ ਜੀ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਪੇਮੈਂਟ ਉੱਧਰੋਂ ਨਹੀਂ ਮਿਲੀ ਹੈ, ਵੀ ਮੈਂ ਆਪਾਂ ਪੇਮੈਂਟ ਦੇ ਵਿੱਚ ਕਰਦੇ ਹਾਂ ਕੁਛ। ਤਾਂ ਇਹ ਕਹਿੰਦੇ ਵੀ ਲੋਕਡਾਊਨ ਦੇ ਵਿੱਚ ਤਾਂ ਆਪਾਂ ਕਿਤੇ ਬਾਹਰ ਅੰਦਰ ਨਹੀਂ ਜਾ ਸਕਦੇ ਸੀ। ਉਸ ਤੋਂ ਬਾਅਦ ਸਰ ਇਹਨਾਂ ਨੇ ਕਿਹਾ ਕਿ ਬਈ ਤੁਸੀਂ ਨਾ ਵੀ ਫਰਵਰੀ ਦੇ ਵਿੱਚ ਆ ਕੇ ਪੇਮੈਂਟ ਦੇ ਲਿਓ। ਫਰਵਰੀ ਦੇ ਵਿੱਚ ਵੀ ਸਰ ਇਸ ਤਰ੍ਹਾਂ ਮੇਰੇ ਕੋਲ 50 ਬੰਦੇ 60 ਬੰਦੇ ਆਏ ਤੇ ਉਸ ਦੇ ਵਿੱਚ ਵੀ ਸਾਡੇ HR ਸਰ ਨੇ, CO ਸਰ ਨੇ ਉਸ ਟਾਈਮ ਨੂੰ ਕਿਹਾ ਕਿ ਬਈ ਤੁਹਾਡੀ ਪੇਮੈਂਟ 1-2 ਦਿਨਾਂ ਵਿੱਚ ਪੇਮੈਂਟ ਆ ਜੂਗੀ, ਪਰ ਨਹੀਂ ਆਈ ਸਰ। ਉਸ ਦੇ ਬਾਅਦ ਲੋਕਡਾਊਨ ਹੋ ਗਿਆ ਮਾਰਚ ਦੇ ਵਿੱਚ ਸਰ। ਮਾਰਚ ਦੇ ਬਾਅਦ ਸਾਨੂੰ ਅੱਜ ਤੱਕ ਮਈ ਮਹੀਨਾ ਚੱਲ ਰਿਹਾ ਸਰ, ਅੱਜ 25-26 ਤਰੀਕ ਹੈ ਸਰ, ਸਾਨੂੰ 1 ਰੁਪਿਆ ਨਹੀਂ ਆਇਆ। ਕਿੰਨੀ ਟੋਟਲ ਕਿੰਨੀ ਪੇਮੈਂਟ ਹੈ ਤੁਹਾਡੀ? ਜਿਹੜੀ 22 ਲੱਖ ਰੁਪਏ ਦੇ ਤਕਰੀਬਨ ਹੈ ਸਰ ਜੀ। 18 ਤੋਂ 22 ਲੱਖ ਰੁਪਏ ਤਕਰੀਬਨ ਕੰਮ ਹੋਇਆ ਵਾ। ਉਸ ਤੋਂ ਬਾਅਦ ਸਰ ਬੰਦੇ ਜਿਹੜੇ ਤੁਹਾਡੇ ਕੋਲ ਲੇਬਰ ਦੇ ਨੇ ਅਜੇ ਤੱਕ ਉਹਨਾਂ ਨੂੰ ਪੈਸਾ ਤੱਕ ਨਹੀਂ ਦਿੱਤਾ ਸਰ। ਫਿਰ ਲੋਕਡਾਊਨ ਦੇ ਵਿੱਚ ਤਾਂ ਉਹਨਾਂ ਦਾ ਪਰਿਵਾਰ ਕਿਸ ਤਰ੍ਹਾਂ ਪਾਲਦਾ ਹੋਏਗਾ? ਤੁਸੀਂ ਬਹੁਤ ਪਰੇਸ਼ਾਨ ਹੈ ਸਰ। ਉਹ 1-1 ਰੁਪਏ ਦੇ ਵਿੱਚ ਮੁਹਤਾਜ ਹੈ ਉਹ। ਪਰ ਸਰਕਾਰਾਂ ਤਾਂ ਬਹੁਤ ਦਾਅਵੇ ਕਰ ਰਹੀਆਂ, ਪ੍ਰਸ਼ਾਸਨ ਦਾਅਵੇ ਕਰ ਰਿਹਾ, ਕੁਝ ਨਹੀਂ ਮਿਲਿਆ ਸਰ ਉਹਨਾਂ ਨੂੰ ਅੱਜ ਤੱਕ। ਉਹਨਾਂ ਨੂੰ 1 ਰੁਪਏ ਦੀ ਮਦਦ ਨਹੀਂ ਮਿਲੀ ਹੈ ਜੀ। 1 ਰੁਪਏ ਦੀ ਮਦਦ ਮਿਲੀ। ਔਰ ਰੋਟੀ ਪਾਣੀ ਪਿੱਛੇ ਵੀ ਮੇਰੇ ਪ੍ਰਵਾਸੀ ਮਜ਼ਦੂਰ ਸੀ ਜਿਹੜੇ 30-40 ਬੰਦੇ ਸਰ, ਉਹ ਪੈਦਲ ਗਏ ਔਰ ਤੇ ਪੈਦਲ ਗਏ ਉਰੇ ਕਰਕੇ ਨਾ। ਉਰੇ ਸਰ ਕਮਰੇ ਲਏ ਹੋਏ ਆ, 4-5 ਕਮਰੇ ਆ ਮੇਰੇ ਉਰੇ पे, ਠੀਕ ਹੈ। ਇੱਕ ਕਮਰੇ ਵਿੱਚ 7-7 10-10 ਬੰਦੇ ਰੱਖਦਾ था मैं। ਉਹ ਸਾਰੇ ਮਜ਼ਦੂਰ ਇਤਨੇ ਸਮਾਨ ਛੱਡ ਕੇ ਉਹ ਪ੍ਰਵਾਸੀ ਮਜ਼ਦੂਰ ਚੱਲ ਗਏ ਜੀ ਉਰੇ। ਮਤਲਬ ਹੁਣ ਪੋਜੀਸ਼ਨ ਇਹ ਹੈ ਕਿ 5 ਮਹੀਨਿਆਂ ਤੋਂ ਤੁਹਾਨੂੰ ਕੋਈ ਵੀ ਪੈਸਾ ਨਹੀਂ ਮਿਲਿਆ ਸਰ, ਕੋਈ ਪੈਸਾ। ਕੀ ਚਾਹੁੰਦੇ ਕੀ ਹੋ ਹੁਣ ਤੁਸੀਂ? ਸਰ ਮੈਨੂੰ ਇਨਸਾਫ ਚਾਹੀਦਾ ਵੀ ਜਿਹੜਾ ਮੇਰਾ ਪੈਸਾ ਹੈ ਰੁਕਿਆ ਵਾ ਉਹ ਮੈਨੂੰ ਪੈਸਾ ਦਿੱਤਾ ਜਾਵੇ। ਇਹ ਮੈਨੂੰ ਕੰਪਨੀ ਮੇਰੇ ਉੱਪਰ ਪ੍ਰੈਸ਼ਰ ਦੇ ਰਹੀ ਹੈ ਵੀ ਜਿਹੜਾ ਤੂੰ ਮਾਲ ਬਣਾਇਆ ਵਾ ਉਹ ਮਾਲ ਮੈਂ ਐਕਸਪੋਰਟ ਕਰ ਦਾਂਗਾ ਬਾਹਰ, ਵੀ ਮੈਂ ਤੈਨੂੰ 1 ਰੁਪਿਆ ਨਹੀਂ ਦੇ ਸਕਦਾ। ਨਹੀਂ, ਮੈਨੂੰ ਕਿਉਂ ਨਹੀਂ ਐਕਸਪੋਰਟ ਕਰ ਸਕਦੇ ਹੋ, ਪਰ ਮੈਨੂੰ ਕਿਉਂ ਨਹੀਂ ਦੇ ਸਕਦੇ ਪੈਸਾ? ਉਹ ਕਹਿੰਦੇ ਮੈਨੂੰ ਬਾਹਰ ਤੇ ਪੈਸਾ ਨਹੀਂ ਆ ਰਿਹਾ ਜੀ, ਵੀ ਕੰਟਰੈਕਸ਼ਨ ਲੈਣ ਤੋਂ ਮੈਨੂੰ ਪੈਸਾ ਨਹੀਂ ਆ ਰਿਹਾ, ਵੀ ਮੈਂ ਪੈਸਾ ਨਹੀਂ ਦੇ ਸਕਦਾ ਤੈਨੂੰ ਕੋਈ 1 ਰੁਪਿਆ ਵੀ। ਤੁਸੀਂ ਇਸ ਮਹਿਕਮੇ ਨਾਲ ਕਿੰਨੀ ਦੇਰ ਤੋਂ ਅਟੈਚ ਹੋ? ਸਰ ਮੈਂ 2 ਸਾਲ 1.5 ਸਾਲ ਤੋਂ ਤਕਰੀਬਨ ਜੁੜਿਆ ਹੋਇਆ ਸਰ। ਇਹ ਪਹਿਲੀ ਵਾਰ ਹੋ ਰਿਹਾ ਤੁਹਾਡੇ ਨਾਲ ਇਸ ਤਰ੍ਹਾਂ? ਸਰ ਦੂਜੀ ਵਾਰ ਹੋ ਰਿਹਾ ਜੀ। ਦੂਜੀ ਵਾਰ ਜੀ। 1 ਵਾਰ ਪਹਿਲਾਂ ਵੀ ਕਰੀ थी, ਪਰ ਉਸ ਟਾਈਮ ਦੇ ਵਿੱਚ ਮੇਰੇ ਆਪਣੇ ਵਰਕਰ ਵੀ ਜੁੜੇ थे। ਹੁਣ ਮੇਰਾ ਸਟਾਫ ਵੀ ਹੈ, ਕੰਪਨੀ ਦਾ ਸਟਾਫ ਵੀ ਹੈ ਮੇਰੇ ਨਾਲ ਜੀ। ਔਰ ਕੰਪਨੀ ਦੇ ਕੁਝ ਵਰਕਰ ਵੀ ਮੇਰੇ ਨਾਲ ਜੁੜੇ ਹੋਏ ਸਰ। ਇਹ ਸਾਰੇ ਸਾਥ ਦੇ ਰਹੇ ਮੇਰਾ ਜੀ ਇਸ ਟਾਈਮ। ਦੋਸਤੋ, ਵਾਕਈ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ 5 ਮਹੀਨਿਆਂ ਤੋਂ ਤੁਸੀਂ ਆਪਣੇ ਜਿਹੜਾ ਕਿ ਘਰਾਂ ਦੇ ਹਾਲਾਤ ਦੇਖੋ, ਖਾਸ ਕਰਕੇ ਜਿਹੜੇ ਆਫੀਸਰ ਲੋਕ ਨੇ ਉਹਨਾਂ ਨੂੰ ਤਾਂ ਸਾਰਾ ਕੁਝ ਮਿਲ ਜਾਂਦਾ ਹੈ, ਲੇਕਿਨ ਇਹ ਜਿਹੜੇ ਮਜ਼ਦੂਰ ਨੇ ਸਾਡੇ ਵਰਗੇ ਰੋਜ਼ਮਰਾ ਦੀ ਜ਼ਿੰਦਗੀ 'ਚ ਕਮਾ ਕੇ ਖਾਣ ਵਾਲੇ, ਉਹਨਾਂ ਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ। ਔਰ ਮੈਂ ਇਹਨਾਂ ਦੀ ਸ਼ਿੱਦਤ ਤੋਂ ਦੇਖ ਰਿਹਾ ਕਿ ਕਿੰਨੀ ਸੀਰੀਅਸ ਤਰੀਕੇ ਦੇ ਨਾਲ ਇਹ ਆਪਣੀ ਲੇਬਰ ਵਾਸਤੇ ਔਰ EMPLOYE ਵਾਸਤੇ ਜਦੋਜਹਿਦ ਕਰਦੇ ਨੇ। ਮੇਰੇ ਨਾਲ ਕੁਝ ਇੱਕ ਵੀਰ ਜੁੜੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ। ਸਰ, ਨਾਮ ਕੀ ਹੈ ਤੁਹਾਡਾ? ਸਰ ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ ਜੀ, ਕਿੰਨੀ ਦੇਰ ਤੋਂ ਤੁਸੀਂ ਠੇਕੇਦਾਰ ਦੇ ਨਾਲ ਸੰਪਰਕ? ਮੈਂ ਸਰ 2 ਸਾਲ ਤੋਂ ਜੀ। ਅੱਛਾ ਜੀ, ਕੀ ਪ੍ਰੋਬਲਮ ਕੀ ਅੱਜ ਤੁਹਾਨੂੰ? ਸਰ ਪ੍ਰੋਬਲਮ ਪੈਸੇ ਦੀ ਹੈ ਜੀ, ਤੇ ਰੋਟੀ ਪਾਣੀ ਦਾ ਔਖਾ ਹੋਇਆ ਹੋਇਆ ਜੀ ਘਰੋਂ ਜੀ। ਕੀ ਕਰ ਸਕਦੇ ਜੀ, ਹੁਣ ਸਰਕਾਰ ਵੱਲੋਂ ਵੀ ਕੋਈ ਹਮਾਇਤ ਨਹੀਂ ਹੈਗੀ ਜੀ, ਤੇ ਹੁਣ ਬਹੁਤ ਔਖਾ ਹੋਇਆ ਜੀ।
ਲੇਕਿਨ ਹੁਣ ਕੀ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ? ਪ੍ਰਸ਼ਾਸਨ ਤੋਂ ਇਹੀ ਚਾਹੁੰਦੇ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਜੀ। ਵੀ ਇਹ ਕੰਪਨੀ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ। ਤੁਸੀਂ ਕਦੇ ਜਾ ਕੇ ਉਹਨਾਂ ਨਾਲ ਸਾਰਿਆਂ ਨੇ ਕੰਮ ਨਹੀਂ ਕੀ ਗੱਲਬਾਤ ਨਹੀਂ ਕੀਤੀ ਕਿ ਸਾਰੇ ਇਸ ਸਮੇਂ ਬਹੁਤ ਮੁਸ਼ਕਲ ਹੈ, ਛੋਟੇ ਛੋਟੇ ਬੱਚੇ ਨੇ, ਰੋਟੀਆਂ ਆਵਾਜ਼ਾਰ ਹੈ, ਮਤਲਬ ਕਿਉਂ ਨਹੀਂ ਘਰ ਦੇ ਵਿੱਚ ਪੇਰੈਂਟਸ ਹੈ, ਕੁਛ ਇੱਕ ਬਿਮਾਰ ਵੀ ਪੇਰੈਂਟਸ ਨੇ, ਹਰ ਇੱਕ ਦੀ ਦਵਾਈਦਾਰੀ ਚੱਲਦੀ ਆ, ਕਦੇ ਜਾ ਕੇ ਉਹਨਾਂ ਅੱਗੇ ਫਰਿਆਦ ਨਹੀਂ ਕੀਤੀ? ਨਹੀਂ ਸਰ, ਬਹੁਤ ਵਾਰੀ ਕੀਤੀ ਹੈ ਜੀ, ਪਰ ਕੋਈ ਸੁਣਵਾਈ ਨਹੀਂ ਹੁੰਦੀ ਜੀ। ਹੁਣ ਕੀ ਚਾਹੁੰਦੇ ਹੋ ਤੁਸੀਂ? ਹੁਣ ਤਾਂ ਸਰ ਇਹੀ ਚਾਹੁੰਦੇ ਆ ਵੀ ਸਾਡਾ ਜਿਹੜਾ ਖਰਚਾ ਹੋਇਆ ਜੀ, ਜਿਹੜਾ ਜਨਵਰੀ ਮਹੀਨੇ ਤੋਂ ਸਾਨੂੰ ਤਨਖਾਹ ਨਹੀਂ ਮਿਲੀ ਹੈਗੀ, ਉਹਦਾ ਜਿਹੜਾ ਭਰਪਾਈ ਕੌਣ ਕਰੂਗਾ ਜੀ? ਸਰਕਾਰਾਂ ਕਰ ਨਹੀਂ ਸਕਦੀਆਂ ਜੀ, ਜਿਹੜੇ ਕੰਪਨੀ ਦੇ ਮਾਲਕ ਉਹ ਵੀ ਨਹੀਂ ਕਰ ਸਕਦੇ। ਕਿ ਦੱਸੋ ਅਸੀਂ ਕਿੱਥੇ ਜਾਈਏ ਜੀ? ਬਿਲਕੁਲ ਜੀ, ਕੁਐਸਚਨ ਤਾਂ ਇਹੀ ਆ ਕਿ ਆਖਰ ਅਸੀਂ ਜਾਈਏ ਤੇ ਕਿੱਥੇ ਜਾਈਏ। ਔਰ ਇਹ ਲੋਕ ਤਾਂ ਏਸੀ ਦੇ ਵਿੱਚ ਬੈਠ ਕੇ ਅੱਛੀ ਨੀਂਦ ਆਪਣੀ ਬਸਰ ਕਰ ਲੈਂਦੇ ਨੇ, ਪਰ ਸਾਡੇ ਵਰਗੇ ਰੋਜ਼ਮਰਾ 'ਚ ਜਿਨ੍ਹਾਂ ਨੇ ਕਮਾਉਣਾ ਉਹੀ ਖਾਣਾ, ਔਰ ਜਦੋਂ ਇੱਕ ਸ਼ਾਮ ਨੂੰ ਘਰ ਦੇ ਵਿੱਚ ਇੱਕ ਮੈਂਬਰ ਜਾਂਦਾ ਹੈ ਤੇ ਹਰ ਇੱਕ ਦੀ ਨਜ਼ਰ ਉਸ ਤੇ ਮਤਲਬ ਹੁੰਦੀ ਹੈ ਕਿ ਆਖਰ ਬੱਚਿਆਂ ਨੇ ਵੀ ਕਹਿਣਾ ਕਿ ਕੀ ਪਾਪਾ ਲੈ ਕੇ ਆਏ ਨੇ, ਵਾਈਫ ਨੇ ਵੀ ਪੁੱਛਣਾ, ਮਾਤਾ ਪਿਤਾ ਨੇ ਪੁੱਛਣਾ, ਜਦੋਂ ਪੱਲੇ ਹੀ ਕੁਛ ਨਾ ਹੋਵੇ ਤਾਂ ਕੀ ਉਹਨਾਂ ਨੂੰ ਦੱਸ ਸਕਦਾ ਹੈ। ਵੀਰ ਜੀ ਕੀ ਨਾਮ ਹੈ ਤੁਹਾਡਾ? ਸਰ ਨਰਿੰਦਰ ਸਿੰਘ ਆ ਜੀ। ਕੀ ਤੁਸੀਂ ਇੱਥੇ ਕੀ ਕਰਦੇ ਹੋ ਵੀਰ ਜੀ? ਸਰ ਜੀ ਇੱਥੇ ਅਸੀਂ ਵੈਲਡਿੰਗ ਦਾ ਕੰਮ ਕਰਦੇ ਹਾਂ ਜੀ, ਵੈਲਡਰ ਹਾਂ ਮੈਂ। ਤੇ ਸਰ ਅਸੀਂ ਤਾਂ ਜੀ ਇਹੀ ਪ੍ਰਸ਼ਾਸਨ ਨੂੰ ਮੰਗ ਕਰਨੀ ਚਾਹੁੰਦੇ ਹਾਂ ਵੀ ਸਰ ਸਾਨੂੰ 5 ਮਹੀਨੇ ਦੀ ਸੈਲਰੀ ਦਿੱਤੀ ਜਾਵੇ ਜੀ। ਤੇ ਸਰ ਦੂਸਰੀ ਗੱਲ ਜੀ, ਉਰੇ ਕੋਈ ਸੇਫਟੀ ਨਹੀਂ ਹੈਗੀ ਸਰ, ਠੀਕ ਆ, ਨਾ ਕੋਈ ਬੂਟ ਨਾ ਕੁਛ ਹੋਰ ਜੀ, ਠੀਕ ਆ ਜੀ। ਸਾਡੀਆਂ ਬਾਹਾਂ ਫੁੱਕ ਜਾਂਦੀਆਂ, ਆਹ ਦੇਖੋ ਵੈਲਡਿੰਗ ਕਰਦੇ ਨੂੰ ਗਲਵਜ਼ ਜੀ, ਇੱਕ ਮਹੀਨਾ ਜੀ ਸਰ ਉਰੇ ਗਲਵਜ਼ ਨਹੀਂ ਆਉਂਦੇ ਜੀ, ਬਹੁਤ ਬੁਰਾ ਹਾਲ ਹੈ ਜੀ। ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਜੀ, ਵੱਧ ਤੋਂ ਵੱਧ ਜੀ ਸਾਡੀ ਸਹਾਇਤਾ ਕਰੋ ਵੀ ਸਾਨੂੰ ਸੈਲਰੀ ਦਿੱਤੀ ਜਾਵੇ ਜੀ। ਅੱਛਾ, ਮਹਾਮਾਰੀ ਦੇ ਵਿੱਚ ਤਾਂ ਫਿਰ ਬਹੁਤ ਮੁਸ਼ਕਲ ਹੋ ਗਿਆ ਹੋਵੇਗਾ ਵੀਰ ਜੀ। ਪੁੱਛੋ ਨਾ ਜੀ ਕੁਛ, ਜੇ ਕਿਸੇ ਦੁਕਾਨ ਤੇ ਜਾਂਦੇ ਜੀ ਸੌਦਾ ਲੈਣ, ਸਰ ਉਹ ਇੱਕ ਸੌਦਾ ਪਾ ਦਿੰਦਾ, ਅਗਲੇ ਨੂੰ ਪੈਸੇ ਹੁੰਦੇ ਨਹੀਂ ਦੇਣ ਜੋਗੇ, ਤੇ ਉਹ ਆਪਣਾ ਵਾਪਸ ਕਰ ਲੈਂਦਾ ਵੀ ਅਸੀਂ ਨਹੀਂ ਦੇ ਸਕਦੇ ਸੌਦਾ ਜੀ। ਸਰ ਬਹੁਤ ਮੁਸ਼ਕਲ ਹੈ ਜੀ, ਇਹਦੇ ਕਾਰਨ ਕਰਕੇ ਜੀ ਸਾਡੀ ਸਹਾਇਤਾ ਕੀਤੀ ਜਾਵੇ ਜੀ ਵੱਧ ਤੋਂ ਵੱਧ ਜੀ। ਬਿਲਕੁਲ ਜੀ, ਪ੍ਰਸ਼ਾਸਨ ਨੂੰ ਵੀ ਚਾਹੀਦਾ, ਇਹਦੇ ਵਿੱਚ ਕਿਸੇ ਨੂੰ ਕਹਿਣ ਦੀ ਕੋਈ ਲੋੜ ਨਹੀਂ ਹੈ। ਇੱਕ ਮੈਂ ਪੰਜਾਬੀ 'ਚ ਕਹਾਵਤ ਹੈ ਕਿ ਲੇਬਰ ਨੂੰ ਪਸੀਨਾ ਸੁੱਕਣ ਤੋਂ ਪਹਿਲਾਂ ਜੇਕਰ ਉਸ ਦੀ ਲੇਬਰ ਮਿਲ ਜਾਂਦੀ ਹੈ ਤੇ ਉਸ ਨੂੰ ਸਾਰੇ ਦਿਨ ਦੀ ਜਿਹੜੀ ਥਕਾਵਟ ਹੈ, ਅਸੀਂ ਵੀ ਲੇਬਰ ਹੀ ਕਰਦੇ ਹਾਂ, ਸਾਰੇ ਦਿਨ ਦੀ ਜਿਹੜੀ ਥਕਾਵਟ ਹੈ ਉਹ ਉਤਰ ਜਾਂਦੀ ਹੈ। ਖੈਰ ਦੋਸਤੋ, ਇਹ ਕਹਾਵਤਾਂ ਹੁਣ ਕਿਤੇ ਨਾ ਕਿਤੇ ਕਹਾਵਤਾਂ ਬਣ ਕੇ ਰਹਿ ਗਈਆਂ। ਇਹਨਾਂ ਲੋਕਾਂ ਦਾ ਜਿਹੜਾ ਦਰਦ ਹੈ, ਦੁੱਖ ਹੈ, ਉਹ ਤੁਸੀਂ ਸੁਣੀ ਰਹੇ ਹੋ। ਰੇਲਵੇ ਦੇ ਵਿੱਚ ਇਸ ਸਮੇਂ ਇਹ ਲੋਕ ਨੇ ਔਰ ਪਿਛਲੇ 5 ਮਹੀਨਿਆਂ ਤੋਂ ਇਹਨਾਂ ਨੂੰ ਸੈਲਰੀ ਤੱਕ ਨਸੀਬ ਨਹੀਂ ਹੋਈ। ਮਹਾਮਾਰੀ ਚੱਲ ਰਹੀ ਹੈ, ਛੋਟੇ ਛੋਟੇ ਬੱਚੇ ਨੇ ਔਰ ਬਿਮਾਰ ਪੇਰੈਂਟਸ ਨੇ। ਵੀਰ ਜੀ ਕੀ ਨਾਮ ਹੈ ਤੁਹਾਡਾ? ਕਮਲਪ੍ਰੀਤ ਸਿੰਘ ਹੈ ਜੀ। ਕਮਲ ਜੀ, ਕੀ ਇਸ ਧੁੱਪ ਦੇ ਵਿੱਚ ਕਮਲ ਖਿੜਿਆ ਕਿ ਨਹੀਂ ਖਿੜਿਆ? ਸਭ ਖਿੜੇ ਹੀ ਪਿਆ ਜੀ, ਜਿਵੇਂ ਤਨਖਾਹ ਨਹੀਂ ਆ ਗਿਆ। ਹਾਂ ਜੀ, ਦੇਖੋ ਹੀ ਤੁਹਾਡੇ ਸਾਹਮਣੇ 5 ਮਹੀਨੇ ਹੋ ਗਏ ਤਨਖਾਹ ਨਹੀਂ ਦਿੱਤੀ ਗਈ ਹੈਗੀ ਸਾਨੂੰ। ਸਾਡੇ ਇਹ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਜੀ, ਬੜਾ ਔਖਾ ਹੋਇਆ ਪਿਆ ਜੀ। ਛੋਟੇ ਛੋਟੇ ਬੱਚੇ ਨੇ ਜੀ, ਉਹਨਾਂ ਰੋਟੀ ਪਾਣੀ ਹੁਣ ਦੇਖੋ ਜੀ ਕਿਵੇਂ ਕੋਈ ਇੱਧਰੋਂ ਫੜ ਕੇ ਉੱਧਰੋਂ ਫੜ। ਦੇ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕਰਦੇ ਆ, ਇਹਨਾਂ ਸਾਰੀਆਂ ਦੀਆਂ ਸਮੱਸਿਆਵਾਂ ਜਿਹੜੀਆਂ, ਕਿਉਂਕਿ ਉਹਨਾਂ ਤੱਕ ਜਾਣੀਆਂ ਬਹੁਤ ਜ਼ਰੂਰੀ ਹੈ, ਤਾਂ ਹੀ ਉਹਨਾਂ ਦੀ ਕਿਤੇ ਨਾ ਕਿਤੇ ਉਹਨਾਂ ਦਾ ਮਨ ਦੇ ਵਿੱਚ ਉਹ ਮਿਹਰ ਪਏਗੀ ਕਿ ਇਹਨਾਂ ਦਾ ਕੁਛ ਨਾ ਕੁਛ ਹੀਲਾ ਵਸੀਲਾ ਕੀਤਾ ਜਾਵੇ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ ਪਾਸੇ ਤਾਂ ਪੂਰਾ ਭਾਰਤ ਮਹਾਮਾਰੀ ਦਾ ਸ਼ਿਕਾਰ ਹੈ, ਪੂਰਾ ਸੰਸਾਰ ਮਹਾਮਾਰੀ ਦਾ ਸ਼ਿਕਾਰ ਹੈ, ਲੇਕਿਨ ਘਰਾਂ ਦੇ ਵਿੱਚ ਬੰਦ ਹੈ। ਘਰਾਂ ਦੇ ਵਿੱਚ ਬੰਦ ਜਦੋਂ ਕੋਈ ਸ਼ਖਸ ਹੋ ਜਾਂਦਾ ਤਾਂ ਪ੍ਰਸ਼ਾਸਨ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਲੇਕਿਨ ਉਸ ਪ੍ਰਸ਼ਾਸਨ ਨੂੰ ਕੀ ਕਰਨਾ ਹੈ, ਉਹਨਾਂ ਜ਼ਿੰਮੇਵਾਰੀਆਂ ਨੂੰ ਕੀ ਕਰਨਾ ਹੈ ਜੋ ਮੌਕੇ ਤੇ ਨਿਭਾਈਆਂ ਹੀ ਨਾ ਜਾਣ। ਔਰ ਪਿਛਲੇ 5 ਮਹੀਨਿਆਂ ਤੋਂ ਪੈਸੇ ਲਈ ਤਰਾ ਕਰਦੇ ਇਹ ਲੋਕ ਮਜ਼ਦੂਰ ਜਿਹੜੇ ਰੋਜ਼ਮਰਾ ਦੀ ਜ਼ਿੰਦਗੀ 'ਚ ਕਮਾਉਂਦੇ ਨੇ, ਉਹੀ ਬੱਚਿਆਂ ਨੂੰ ਖਵਾਉਂਦੇ ਨੇ, ਲੇਕਿਨ ਉਹਨਾਂ ਨੂੰ ਅਜੇ ਤੱਕ ਕੋਈ ਵੀ ਪੈਸਾ ਨਸੀਬ ਨਹੀਂ ਹੋਇਆ। ਮੇਰੇ ਨਾਲ ਮਿਸਟਰ ਭੁਪਿੰਦਰ ਸਿੰਘ ਜੀ ਜੁੜੇ ਨੇ, ਜੋ ਬਤੌਰ HR ਆਪਣੀਆਂ ਸੇਵਾਵਾਂ ਦੇ ਰਹੇ ਨੇ। ਉਹਨਾਂ ਤੋਂ ਪੁੱਛਦੇ ਕਿ ਸਰ ਆਖਰਕਾਰ ਮਾਮਲਾ ਹੈ ਕੀ ਹੈ। ਭੁਪਿੰਦਰ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਕੀ ਮਾਮਲਾ ਕੀ ਹੈ ਸਰ? ਕਿਉਂ ਨਹੀਂ ਸੈਲਰੀ ਉਹਨਾਂ ਨੂੰ? ਮਤਲਬ ਕੀ ਕੋਈ ਅੜਚਨ ਹੈ? ਕੀ ਹੈ प्रॉब्लम? देखिए, इसके लिए थोड़ा सा हम यही कहना चाहेंगे, जो बिजनेस हैं, बिजनेस में थोड़ा सा लॉस प्लस माइनस चलते रहते हैं, जो कि हमारी इंडस्ट्री के साथ कुछ इंडस्ट्री और भी हैं जो चल रही हैं लॉस में। तो कुछ इंडस्ट्री में डाउनफॉल चल रहा था पीछे काफ़ी दिनों से, लेकिन कहीं ना कहीं किसी तरीके से मैनेज हो रहा था। थोड़ा सा लेट सवेर सैलरी चल रही थी, लेकिन बीच में क्या है कि ये चीज़ बढ़ गई आगे। ये जो कोरोना की बीमारी आई, इसके चक्कर में सारा लॉकडाउन हो गया। जो अपने सर्किल थे, जहाँ से जो साधन थे अपने कुछ इनकम के, कुछ जा रहा था माल, कुछ आ रहा था, कुछ इनकम हो रही थी, वो कहीं ना कहीं सारी रुक गई हैं। जिस चक्कर में सैलरी पेंडिंग होती चली गई अपनी। कुछ थोड़ा लेट तो पहले से ही थी अपनी सैलरी, लेकिन वो इतनी थी मैनेज हो जाती थी। उसके बाद क्या कि ये बढ़ता हुआ ज़्यादा चला गया,
अब जब लॉकडाउन सारा हो गया तो इसमें बड़ी प्रॉब्लम आगे हो गई। आगे बीच में हमने भी कोशिश करते रहे बीच बीच में मैनेजमेंट के साथ कि कुछ ना कुछ पैसा दिया जाए। जो अब हमारी मैक्सिमम लेबर है वो अधाना इंटरप्राइजेज कॉन्ट्रैक्टर बेस पे है, तो हमने उसको भी बीच में कांटेक्ट किया, कई बार किया, उसको कुछ पैसा भी हमने दिया, लेकिन उसने अपनी लाइबिलिटी जो PF ESI कंप्लेंट्स वगैरह है वो उसमें पैसा ले गया बजाय इनको देने के लिए। तो पेमेंट कहीं ना कहीं डिले होता चला गया। रिजल्ट ये निकला कि पेमेंट डिले हो गई। लेकिन वो तो कह रहे हैं कि हमें मतलब पैसा नहीं दे रहे, बल्कि हमें ऐसा कह रहे हैं कि ये सामान हम किसी और को दे देंगे। नहीं 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 मतलब नहीं उसको check कर रहे हैं आप? नहीं, इस तरीके से ऐसा कुछ नहीं है। देखो इंडस्ट्री है, हमारा जो वर्क है वो रेलवे वैगन वर्क है, रेलवे का कंपोनेंट बनते हैं हमारे। ਭੁਪਿੰਦਰ ਜੀ ਮਹਾਮਾਰੀ ਦੇ ਦਿਨ ਨੇ, ਉਹ ਲੋਕ ਲੇਬਰ ਵਾਲੇ ਬੰਦੇ ਨੇ, ਉਹਨਾਂ ਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੋਵੇਗਾ? ਆਪਾਂ ਤਾਂ ਰੋਟੀ ਪਾਣੀ ਖਾ ਲਈਦਾ ਹੈ, लेकिन कदे सोचिया उन्हें मजदूरों का की बनता होएगा? नहीं, हम भी एज एक एम्प्लॉइज हैं, हम भी कंपनी में एक पर एम्प्लॉइज हैं, आपको तो मिल जाती होगी सैलरी। नहीं नहीं, हम भी सेम कंडीशन है, हमारी भी सेम कंडीशन है जी, हमारी भी सेम कंडीशन है, हम भी ऐसे ही हैं। अब क्या उनको भरोसा देना चाहते? अभी भरोसा ये है कि हम मैनेजमेंट के साथ जो आज ये जो भी सीरियस मैटर है, बहुत वेरी सीरियस मैटर, इसके लिए हमने हेड ऑफिस में सारा बात करी है, कन्फर्म उनको कर दिया है। जो भी अपनी बातचीत चल रही है ऊपर हेड ऑफिस में, तो वो कोशिश कर रहे हैं। बाकी एक एम्प्लॉयज़ की तरफ से और ये था कि प्लांट चलेगा कब, लेकिन वो कहते हैं हमारे पास सेफ्टी का भी सामान नहीं है, हम इतनी मुश्किल वो दिखा रहे अपनी, उन्होंने दिखाए जख्म दिखाए है कि हम वेल्डिंग करते हैं, हमारे पास सेफ्टी का कहते हैं कि आपको सेफ्टी है, आपको किसी प्रकार की प्रॉब्लम नहीं है, लेकिन वो सिर्फ बातें हैं, बातों के अलावा कुछ नहीं है। उन्होंने अपने जख्म दिखाए हैं जो उन्होंने ऐसा नहीं है। देखो उसके लिए ग्लव्स वगैरह, गूगल वगैरह वो बता रहे हैं, कुछ नहीं है सर, कुछ नहीं है। वो देते हैं, वो देते हैं। कौन देता है? हम देते हैं जो सेफ्टी। नहीं, वो तो कह रहे हैं कि हमें कुछ नहीं देते। नहीं, ऐसा कुछ नहीं है। देखो मान लिया सेफ्टी में भी कई चीजें ऐसी होती हैं, अब हो सकता है कि उसमें कोई प्रॉब्लम खुद एम्प्लॉयज की रही हो, जो कर रहा है कामगार है, हो सकता है उसने ग्लव्स नहीं डाले हो। भूपिंदर जी, कौन ऐसा शख्स है इस दुनिया में जो अपने ही शरीर पर, अपने हेल्थ पर कोई मतलब ऐसा घाव डाले? कौन हो सकता है? उन्होंने दिखाए ऐसा घाव जान के नहीं होते जी, काम करते हुए कुछ हो जाता है। अब सैलरी का क्या बनेगा? पिछले का ये है, हमने बात करी है, अभी हेड ऑफिस में बात चल रही है, उन्होंने हमें भरोसा दिया है कि हम जल्दी ही पेमेंट के लिए कर रहे हैं बात जी। और बात तो पीछे भी चल रही थी, कल भी परसों भी बात चली हुई है, तो ऐसी बात नहीं कि हेड ऑफिस से हमारे लिए आप कभी एम्प्लॉइज के साथ संपर्क में आए हैं? आप हमेशा, हमारी तो HR की जो भी है। बिल्कुल बिल्कुल। तो फिर आप उनकी समस्या को पहल के आधार पर क्यों नहीं सॉल्व करने की कोशिश कर रहे हैं? डेली हमारी 5-10 एम्प्लॉय से डेली फोन आना, डेली बात होती है। अब इनको हम एक तरीके से समझाना ही है, ऊपर बात करना, जो भी हमारी तरफ से कार्रवाई है वो हम कर रहे हैं, मैनेजमेंट से रिक्वेस्ट। बिल्कुल जी, बिल्कुल। HR साहब कर रहे हैं कि ਅਸੀਂ ਸਾਡੇ ਵੱਲੋਂ ਜਿੰਨੀ ਵੀ ਕਾਰਵਾਈ ਹੈ ਉਹ ਹੋ ਰਹੀ ਹੈ, ਔਰ ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਅਸੀਂ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਦੀ ਜਿਹੜੀ ਸਮੱਸਿਆ ਉਹ ਹੱਲ ਕੀਤੀ ਜਾਵੇ। एमटेक मुर्दाबाद, एमटेक मुर्दाबाद, एमटेक मुर्दाबाद, एमटेक मुर्दाबाद, एमटेक